साथियों जय भीम जय भारत। सो अज बैठे सी साथियों नाल कि कुछ जिहड़ियां विचारां करनियां चाहीदियां जिहड़े ताज़ा हालात बने हो उन्हां संबंधी। तो थोड़ी प्रॉब्लम जिहड़ी नैटवर्क की भी इत्थे चल रही है, उहदे लई भी थोड़ा देखते हैं कि साथी जुड़ रहा है जी। देखते हैं कि साथियों जो आप जुड़ते हैं फिर गल करते हैं, क्योंकि गल भी कुछ खास हैगी आ। हाँ जी सारे साथी हाँ जी साथियों जय भीम जय भारत। सो पहला तो जरूर दस्यो कि आवाज़ तुहानू सब नू आ रही या नहीं। कोई साथी जेड़ा जरूर टाइप करो जय भीम जी कौलदार साहब जय भीम। और साथियों इनू शेयर भी जरूर कर दो, क्योंकि अज बैठे थे साथियों नाल, साथी सोनू जी, विजय कुमार शीमार जी, सुखराज जी, सरबजीत जी और साथी विचारां चलदियां सी। जय भीम जी माई साहब जय भीम जी जय भारत। तो सोचा कि जड़ा मसला पिछले दिनों तो जी सर जी कलेर साहब मैं पंजाब आया जी। सो जड़ा पिछले दिनों तो मसला चल रहा, पहले असीं सोचते सी कि सानू जिहड़ी है गल जिहड़ी नहीं करनी चाहिए, क्योंकि जिहड़ा लीडरशिप जिहड़ी बहुजन समाज पार्टी की जां जिहड़े साडे धार्मिक आगू साहबान है उन्हों की आपसी जिहड़ी है विचार विमर्श चल रहा, तो असीं उत्ते कोई अपनी प्रतिक्रिया नहीं देनी चंगी समझी। जय भीम जी धर्मवीर जी अवतार जी जय भीम जय भारत। तो पिछले दिनों तो जिहड़ा लगातार इशू जिहड़ा उछालिया गया और बहुत गिणती जिहड़ा समाज आ उन्होंने अजे उस कहानी की समझ नहीं कि जिहड़ी ये फिल्म चल रही है इसकी जिहड़ी स्क्रिप्ट लिखण वाले जिहड़े लोग आ कौन आ। सो जिन्नी क अपनी सोझी अनुसार असी जानते हैं जां महसूस किया, तो अज साथियों के नाल भी गल चली और आए दिन वक्-वक् साथियों नाल विचार चर्चा चलती है बहते हैं। तो अज उस गल लैके आप सब साथियों नाल जिहड़ियां दो चार गल्लां जरूर करनियां कि जिहड़ा घटनाक्रम पिछले दिनों तो जिहड़ा चल रहा उहदे पिछे मंशा की आ, मनोरथ की आ। और कुछ जिहड़े धार्मिक आगू आ जिथे असी समूह महापुरुषों की समूह धर्मां की जिहड़ी आ सन्मान करते हैं, लेकिन उत्थे जिहड़े कुछ लोग अजिहे भी आ जिहड़े RSS के एजेंडे नूं लागू करके साथियों बहुजन समाज पार्टी की चढ़ती कला जिहड़ी है
ਜਿਹੜੀ ਦਿਨ ਰਾਤ ਬਹੁਜਨ ਸਮਾਜ ਪਾਰਟੀ ਤਰੱਕੀ ਹੋ ਰਹੀ ਆ ਉਹਨੂੰ ਢਾਹ ਲਾਉਣ ਲਈ ਕਾਰਜ ਕਰ ਰਿਹਾ। ਤਾਂ ਸਾਨੂੰ ਉਹਨਾਂ ਨੂੰ ਵੀ ਜਿਹੜਾ ਜ਼ਰੂਰ ਧਿਆਨ 'ਚ ਰੱਖਣ ਦੀ ਜ਼ਰੂਰਤ ਹੈ। ਤਾਂ ਅੱਜ ਉਸੇ ਗੱਲ ਨੂੰ ਮੁੱਖ ਰੱਖ ਕੇ ਆਪ ਸਾਥੀਆਂ ਨਾਲ ਜਿਹੜਾ ਵਿਚਾਰ ਚਰਚਾ ਕਰਨੀ ਚਾਹੀਦੀ ਆ। ਪਹਿਲੇ ਅਸੀਂ ਥੱਲੇ ਬੈਠੇ ਸੀਗੇ ਔਰ ਉੱਥੇ ਜਿਹੜੀ ਨੈਟਵਰਕ ਪ੍ਰੋਬਲਮ ਸੀਗੀ, ਤਾਂ ਉਸ ਤੋਂ ਬਾਅਦ ਅਸੀਂ ਛੱਤ 'ਤੇ ਆਏ ਕਿ ਚਲੋ ਇਹ ਸਾਥੀਆਂ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੋ ਗਈ ਆ। ਕਿਉਂਕਿ ਜਦੋਂ ਕਹਿੰਦੇ ਕਿ ਪਾਣੀ ਸਿਰੋਂ ਲੰਘ ਜਾਵੇ ਫਿਰ ਔਖਾ ਹੋ ਜਾਂਦਾ, ਤੇ ਹੁਣ ਤਾਂ ਪਾਣੀ ਜਿਹੜਾ ਸਿਰੋਂ ਲੰਘਣ ਤੱਕ ਆ ਗਿਆ, ਲੇਕਿਨ ਉਹਨੂੰ ਲੰਘਣ ਨਹੀਂ ਦੇਵਾਂਗੇ। ਔਰ ਆਪਾਂ ਉਹਨੂੰ ਜ਼ਰੂਰ ਜਿਹੜਾ ਸਮਾਜ ਦੇ ਵਿੱਚ ਜਿਹੜੀ ਸਹੀ ਹਾਲਾਤ ਆ ਜਾਂ ਜੋ ਜਿਹੜੀ ਸਹੀ ਗੱਲ ਹੈ ਉਹ ਸਮਾਜ ਤੱਕ ਪਹੁੰਚਾਉਣੀ ਆਪਣੀ ਸਮੂਹ ਸਾਥੀਆਂ ਦੀ ਜਿਹੜੀ ਹੈ ਇਹ ਜ਼ਿੰਮੇਵਾਰੀ ਬਣਦੀ ਆ। ਤੇ ਇਸੇ ਗੱਲ ਨੂੰ ਮੁੱਖ ਰੱਖਦਿਆਂ ਜਿਹੜੀ ਅੱਜ ਆਪਾਂ ਇਹ ਸਾਥੀਆਂ ਨਾਲ ਜਿਹੜੀ ਹੈ ਚਰਚਾ ਕਰਨੀ ਆ। ਔਰ ਸਾਥੀਓ, ਵੈਸੇ ਤਾਂ ਆਪਾਂ ਨਹੀਂ ਕਹੀਦਾ, ਲੇਕਿਨ ਇਹ ਜ਼ਰੂਰ ਆ ਸ਼ੇਅਰ ਕਰੋ ਤਾਂ ਕਿ ਉਹਨਾਂ ਲੋਕਾਂ ਤੱਕ ਵੀ ਇਹ ਗੱਲ ਪਹੁੰਚ ਜਾਵੇ ਜਿਹੜੇ ਲੋਕਾਂ ਨੇ ਪਿਛਲੇ ਦਿਨਾਂ ਤੋਂ ਮੁੜ ਇਸ ਇਸ਼ੂ ਨੂੰ ਉਭਾਰਿਆ ਉਛਾਲਿਆ। ਬਹੁਤ ਲੋਕ ਸਾਨੂੰ ਵੀ ਕਹਿਣਗੇ ਕਿ ਤੁਸੀਂ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ, ਲੇਕਿਨ ਅਸੀਂ ਇਹ ਜ਼ਮੀਰ ਵੀ ਜਾਗਦੀ ਆ ਔਰ ਦਿਮਾਗ ਵੀ ਜਾਗਦਾ, ਦੋਨੇ ਚੀਜ਼ਾਂ ਜਾਗਦੀਆਂ। ਇਸ ਕਰਕੇ ਉਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ। ਪਹਿਲਾਂ ਤਾਂ ਇਹ ਜਿਹੜੇ ਅੱਜ ਬਹੁਤ ਗਿਣਤੀ ਸਾਡੇ ਸਮਾਜ ਦੇ ਜਾਂ ਜਿਹੜੇ ਗੁਰੂ ਰਵਿਦਾਸ ਮਹਾਰਾਜ ਜੀ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਨਾਮ ਤੇ ਜਿਨ੍ਹਾਂ ਸਾਥੀਆਂ ਨੇ ਸੰਗਠਨ ਬਣਾਏ ਆ, ਪਹਿਲੀ ਗੱਲ ਤੇ ਉਹਨਾਂ ਸਾਥੀਆਂ ਨੂੰ ਸ਼ਾਇਦ ਪੂਰੀ ਪ੍ਰੋਪਰ ਜਾਣਕਾਰੀ ਨਹੀਂ ਹੈਗੀ। ਜਾਣਕਾਰੀ ਨਹੀਂ ਹੈ ਕਿ ਜਦੋਂ ਵਿਆਨਾ ਕਾਂਡ ਹੋਇਆ, ਜਿਨ੍ਹਾਂ ਅੱਜ ਆਪਾਂ ਮਹਾਂਪੁਰਸ਼ਾਂ ਦੀ ਗੱਲ ਕਰਦੇ ਹਾਂ ਕਿ ਜੀ ਉਹ ਸਾਡੇ ਮਹਾਂਪੁਰਸ਼ਾਂ ਨੂੰ ਗਲਤ ਬੋਲਤਾ ਜਾਂ ਇਹ ਕਰਤਾ, ਮਹਾਂਪੁਰਸ਼ਾਂ ਪ੍ਰਤੀ ਭੱਦੀ ਸ਼ਬਦਾਵਲੀ ਬੋਲਤੀ, ਔਰ ਸਾਥੀਆਂ ਦੇ ਪਰਚੋ ਪਰਚੀ ਹੋਣਾ ਸ਼ੁਰੂ ਹੋ ਗਏ ਆ। ਇੱਕ ਭਰਾ ਮਾਰੂ ਜੰਗ ਜਿਹੜੀ ਸ਼ੁਰੂ ਕਰਾਈ ਗਈ ਆ ਕੁਛ ਸਿਆਸੀ ਲੋਕਾਂ ਵੱਲੋਂ, ਜਿਹੜੇ ਆਪਣੇ ਸਵਾਰਥ ਨੂੰ ਮੁੱਖ ਰੱਖਦੇ ਆ, ਆਪਣੇ ਪਿਆਦਿਆਂ ਨੂੰ ਮੋਹਰੇ ਚਾ ਕਰਦੇ ਔਰ ਆਪ ਚਾਲ ਚੱਲਦੇ ਆ। ਤੇ ਉਹਨਾਂ ਸਾਥੀਆਂ ਨੂੰ ਨਹੀਂ ਪਤਾ ਹੋਣਾ ਕਿ ਜਦੋਂ ਵਿਆਨਾ ਕਾਂਡ ਹੋਇਆ, ਵਿਆਨਾ ਕਾਂਡ ਹੋਣ ਤੋਂ ਉਪਰੰਤ ਲੰਮਾ ਸਮਾਂ ਜਦੋਂ ਸਮਾਜ ਆਪਣੀ ਧਾਰਮਿਕ ਆਜ਼ਾਦੀ ਚਾਹੁੰਦਾ ਸੀ, ਜਦੋਂ ਡੇਰਾ ਬੱਲਾਂ ਦੇ ਮਹਾਂਪੁਰਸ਼ਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜਨਮ ਸਥਲੀ ਕਾਸ਼ੀ ਬਨਾਰਸ ਤੋਂ ਅੰਮ੍ਰਿਤਬਾਣੀ ਗ੍ਰੰਥ ਔਰ ਰਵਿਦਾਸੀਆ ਧਰਮ ਦਾ ਐਲਾਨ ਕੀਤਾ, ਤੇ ਜਿਨ੍ਹਾਂ ਸੰਤਾਂ ਦੀ ਅੱਜ ਆਪਾਂ ਗੱਲ ਕਰਦੇ ਆਂਗੇ ਵੀ ਭਰਾਵੋ ਰਵਿਦਾਸੀਆ ਧਰਮ ਦੇ ਸੰਤਾਂ ਨੂੰ ਇਦਾਂ ਕਹਿ ਦਿੱਤਾ, ਤੇ ਇਹੀ ਸੰਤ ਉਸ ਟਾਈਮ ਸਭ ਤੋਂ ਪਹਿਲਾਂ ਭਗੌੜੇ ਹੋਏ। ਇਹੋ ਸੰਤ ਜਿਹੜੇ ਆ ਸਭ ਤੋਂ ਪਹਿਲਾਂ ਭਗੌੜੇ ਹੋਏ। ਔਰ ਉਹਨਾਂ ਟਾਈਮਾਂ ਜਿਨ੍ਹਾਂ ਦੀਆਂ ਕਿੰਨਾ ਨਾਲ ਮੀਟਿੰਗਾਂ ਹੋਈਆਂ, ਉਹਨਾਂ ਦਿਨਾਂ ਦੀਆਂ ਅਖਬਾਰਾਂ ਜਿਹੜੀਆਂ ਆ ਤੁਸੀਂ ਸਾਰੇ ਹੀ ਜਿਹੜੀ ਆ ਇਹ ਜਨਵਰੀ 30 ਜਨਵਰੀ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਦੀਆਂ ਜਿਹੜੀਆਂ ਅਖਬਾਰਾਂ 2010 ਦੀਆਂ 11 ਦੀਆਂ ਉਹ ਤੁਸੀਂ ਦੇਖੋ ਤੇ ਤੁਹਾਨੂੰ ਅੱਧੀ ਜਿਹੜੀ ਫਿਲਮ ਆ ਕਲੀਅਰ ਹੋ ਜਾਣੀ ਆ ਕਿ ਅਸੀਂ ਕਰ ਕੀ ਰਹੇ ਆ। ਹੁਣ ਮੈਂ ਉਹਨਾਂ ਅਗਲੀ ਗੱਲ ਤੇ ਜਿਹੜੀ ਗੱਲ ਮੁੜ ਉਛਾਲੀ ਗਈ, ਕਿਉਂਕਿ ਨਾ ਤਾਂ ਮੈਂ ਬਹੁਜਨ ਸਮਾਜ ਪਾਰਟੀ ਦਾ ਕੋਈ ਆਗੂ ਹਾਂ ਤੇ ਨਾ ਕੋਈ ਉਹਦੇ 'ਚ ਮੈਂ ਸਰਗਰਮ ਜਿਹੜਾ ਹੈਗਾ ਕਹਿ ਸਕਦੇ ਕਿ ਇਸ ਟਾਈਮ ਕਿਸੇ ਅਹੁਦੇ ਤੇ ਹਾਂ, ਲੇਕਿਨ ਮੈਂ ਬਹੁਜਨ ਸਮਾਜ ਪਾਰਟੀ ਦਾ ਇੱਕ ਵੋਟਰ ਹਾਂ ਔਰ ਬਹੁਜਨ ਸਮਾਜ ਦਾ ਇੱਕ ਚਿੰਤਤ ਇਨਸਾਨ ਆ ਕਿ ਮੇਰੇ ਸਮਾਜ ਦੇ ਦੁੱਖਾਂ ਦਾ ਕਾਰਨ ਕੀ ਹੈ, ਮੇਰੇ ਸਮਾਜ ਦੇ ਦੁੱਖਾਂ ਦਾ ਹੱਲ ਕਿੱਥੇ ਆ, ਉਸ ਚੀਜ਼ ਨੂੰ ਮੈਂ ਮਹਿਸੂਸ ਕਰਦਾ। ਤੇ ਉਸ ਚੀਜ਼ ਨੂੰ ਮਹਿਸੂਸ ਕਰਦੇ ਅੱਜ ਆਪ ਸਭ ਸਾਥੀਆਂ ਨਾਲ ਮੈਂ ਜਿਹੜੀ ਆ ਇਹ ਗੱਲ ਸ਼ੁਰੂ ਕੀਤੀ ਹੈ, ਕਿਉਂਕਿ ਜ਼ਰੂਰੀ ਹੋ ਜਾਂਦਾ ਜਦੋਂ ਸਾਡੇ ਆਗੂ ਸਾਹਿਬਾਨ ਸਤਿਕਾਰਯੋਗ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਅੱਜ ਸਮੁੱਚੇ ਸਮਾਜ ਦੀ ਜਿਹੜੀ ਹੈ ਲੜਾਈ ਲੜ ਰਹੇ ਆ। ਜਿਹੜੀ ਰਾਜਨੀਤਿਕ ਲੜਾਈ ਆ ਉਹ ਪੰਜਾਬ ਦੇ ਵਿੱਚ ਅਗਵਾਈ ਕਰਕੇ ਲੜਾਈ ਲੜ ਰਹੇ ਆ। ਕਦੀ ਉਹ ਜਾ ਕੇ ਪਟਿਆਲੇ ਦੇ ਮੋਤੀ ਮਹਿਲਾਂ ਨੂੰ ਘੇਰਦੇ ਆ, ਕਦੇ ਉਹ ਜਾ ਕੇ ਲੰਬੀ ਦੇ ਜਗੀਰਦਾਰਾਂ ਨੂੰ ਘੇਰਦੇ ਆ, ਤੇ ਕਦੇ ਜਿਹੜੇ ਆ ਦਿੱਲੀ ਤੋਂ ਲਾਲਾ ਆਉਂਦਾ ਉਹਦੀਆਂ ਨੀਤੀਆਂ ਨੂੰ ਵੀ ਸਮਝਦੇ ਹੋਏ ਸਮਾਜ ਜਿਹੜੀ ਆ ਜਾਗਰਤੀ ਪੈਦਾ ਕਰਦੇ ਆ। ਤੇ ਅੱਜ ਇਹ ਜਿਹੜੇ ਇਸ਼ੂ ਜਿਹੜਾ ਮੁੜ ਉਛਾਲਿਆ ਗਿਆ
ਉਹਨਾਂ ਦਾ ਬੰਦ ਕਰੋ, ਉਹਨਾਂ ਦਾ ਮੁੜ ਜਿਹੜਾ ਵਿਰੋਧ ਕਰਾਉਣਾ ਸ਼ੁਰੂ ਕਰਾਇਆ, ਇਹਦਾ ਕਾਰਨ ਵੀ ਸਾਨੂੰ ਸਮਝਣਾ ਪਵੇਗਾ ਕਿ ਕਿਹਨਾਂ ਲੋਕਾਂ ਨੇ ਕਰਵਾਇਆ, ਇਹਦਾ ਕਾਰਨ ਕੀ ਆ ਔਰ ਇਹਦੇ ਪਿੱਛੇ ਮਨਸ਼ਾ ਕੀ ਆ। ਜੇਕਰ ਅੱਜ ਬਹੁ ਗਿਣਤੀ ਲੋਕ ਜਿਹੜੇ ਆ ਉਹਨਾਂ ਦੇ ਦਿਮਾਗਾਂ 'ਚ ਇਹ ਗੱਲ ਭਰਤੀ ਗਈ ਆ ਕਿ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਦਾ ਨਿਰਾਦਰ ਕੀਤਾ, ਇਸ ਤਰ੍ਹਾਂ ਦੀ ਜਿਹੜੀ ਪ੍ਰਚਾਰ ਕੀਤਾ ਜਾ ਰਿਹਾ। ਪਰ ਸਤਿਕਾਰਯੋਗ ਸਾਥੀਓ, ਜਿਨ੍ਹਾਂ ਤੱਕ ਮੇਰੀ ਇਹ ਗੱਲ ਜਾਂਦੀ ਹੈ, ਉਹਨਾਂ ਸਾਥੀਆਂ ਨੂੰ ਮੇਰੀ ਅਪੀਲ ਆ ਕਿ ਇਹ ਵਿਚਾਰ ਜਿਹੜੇ ਆ, ਆਪ ਇਹਨਾਂ ਵਿਚਾਰਾਂ ਤੇ ਆਪ ਵੀ ਗੌਰ ਕਰ ਲਿਓ। ਇਹ ਨਹੀਂ ਕਿ ਜੋ ਮੈਂ ਕਿਹਾ ਸ਼ਾਇਦ ਸੱਚ ਆ, ਥੋੜਾ ਤੁਸੀਂ ਆਪ ਵੀ ਸੋਚ ਵਿਚਾਰ ਕਰਕੇ ਦੇਖਿਓ ਔਰ ਇਹਨਾਂ ਵਿਚਾਰਾਂ ਨੂੰ ਅੱਗੇ ਤੋਂ ਅੱਗੇ ਵੀ ਤੁਸੀਂ ਫੈਲਾਇਓ ਤਾਂ ਕਿ ਸਾਡੇ ਸਮਾਜ ਨੂੰ ਕੋਈ ਗੁੰਮਰਾਹ ਨਾ ਕਰ ਸਕੇ। ਜਦੋਂ ਬਹੁਜਨ ਸਮਾਜ ਪਾਰਟੀ ਦੇ ਵਾਨੀ ਮਾਨੇਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਗੁਰੂਆਂ ਦੀ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਰੱਖੀ ਹੋਵੇ, ਉਹਦਾ ਮੈਨੀਫੈਸਟੋ, ਉਹਦਾ ਏਜੰਡਾ ਗੁਰੂਆਂ ਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਰੱਖਿਆ ਹੋਵੇ ਔਰ ਗੁਰੂ ਮਹਾਰਾਜ ਦੀ ਜਿਹੜੀ ਵਿਚਾਰਧਾਰਾ ਤੇ ਪਹਿਰਾ ਦਿੰਦਿਆਂ ਸਾਡੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਬਹੁਜਨ ਸਮਾਜ ਦੀ ਚੜ੍ਹਦੀ ਕਲਾ ਲਈ ਕਾਰਜ ਕਰਦਿਆਂ ਸਮਤਾ, ਸਮਾਨਤਾ, ਭਾਈਚਾਰੇ ਦੇ ਉਦੇਸ਼ ਨੂੰ ਲਾਗੂ ਕਰਨ ਲਈ ਕਾਰਜ ਕਰ ਰਹੀ ਹੋਵੇ ਤੇ ਬਸਪਾ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਔਰ ਮਾਨਯੋਗ ਸਰਦਾਰ ਜਸਵੀਰ ਸਿੰਘ ਗੜੀ ਜੀ ਪ੍ਰਧਾਨ ਉਸੇ ਹੀ ਵਿਚਾਰਧਾਰਾ ਦੇ ਚੱਲ ਕੇ ਸਮਾਜ ਦੇ ਵਿੱਚ ਨਵੀਂ ਚੇਤਨਾ ਪੈਦਾ ਕਰ ਰਹੇ ਹੋਣ ਤੇ ਜਿਹੜੀ ਬਹੁਜਨ ਸਮਾਜ ਪਾਰਟੀ ਪਿਛਲੇ 15-20 ਸਾਲ ਤੋਂ ਡਾਊਨ ਗਈ ਸੀ, ਅੱਜ ਉਸ ਬਹੁਜਨ ਸਮਾਜ ਪਾਰਟੀ ਨੂੰ ਮੁੜ ਲੀਹਾਂ ਤੇ ਲੈ ਕੇ ਆਂਦਾ ਹੋਵੇ ਤਾਂ ਫਿਰ ਜਿਹੜੇ ਭਵੀਸ਼ਣਾ ਦੀ ਨਸਲ ਆ, ਮਨੂ ਦੀਆਂ ਔਲਾਦਾਂ ਆ, ਦਰੋਣਾਚਾਰਿਆ ਦੇ ਸਪੂਤ ਆ, ਫਿਰ ਉਹ ਸਾਡਾ ਅੰਗੂਠਾ ਕੱਟਣ ਦੀ ਸੋਚ ਵੀ ਰੱਖਣਗੇ, ਭਰਾਵਾਂ ਦਾ ਕਤਲ ਕਰਾਉਣ ਦੀ ਸੋਚ ਵੀ ਰੱਖਣਗੇ ਔਰ ਜਿਹੜੀ ਹੈ ਸਾਨੂੰ ਰਾਜ ਸੱਤਾ ਤੋਂ ਦੂਰ ਰੱਖਣ ਲਈ ਕਾਰਜ ਵੀ ਕਰਨਗੇ। ਤੇ ਜਦੋਂ ਇਹੋ ਜਿਹੇ ਕਾਰਨ ਹੋਣਗੇ, ਇਹੋ ਜਿਹੇ ਹਾਲਾਤ ਪੈਦਾ ਹੋਣਗੇ ਤੇ ਫਿਰ ਉੱਥੇ ਸਤਿਗੁਰੂ ਰਵਿਦਾਸ ਮਹਾਰਾਜ ਦਾ ਸਪੂਤ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਿਹੜੇ ਅਨੁਆਈ ਆ, ਉਹ ਆਪਣੀ ਜਿਹੜੀ ਹੈ ਮਨਸ਼ਾ ਨੂੰ ਜ਼ਾਹਰ ਕਰਦਿਆਂ ਉਹਨਾਂ ਦੀ ਜਿਹੜੀ ਕਾਲੀਆਂ ਕਰਤੂਤਾਂ ਕਹਿ ਲਓ ਜਾਂ ਉਹਨਾਂ ਦੀ ਸੋੜੀ ਮਾਨਸਿਕਤਾ ਕਹਿ ਲਓ, ਉਹਨੂੰ ਸਫਲ ਨਹੀਂ ਹੋਣ ਦੇਣਗੇ। ਇਸੇ ਗੱਲ ਨੂੰ ਮੁੱਖ ਰੱਖਦਿਆਂ ਆਪ ਸਾਥੀਆਂ ਨਾਲ ਇਹ ਵਿਚਾਰ ਜਿਹੜੇ ਆ ਕਰਨੇ ਜ਼ਰੂਰੀ ਸਮਝੇ। ਹੁਣ ਗੱਲ ਕਰਦੇ ਆ ਸਾਥੀਓ ਕਿ ਜੋ ਪਿਛਲੇ ਦਿਨੀ ਕਿਹਾ ਸਰਦਾਰ ਜਸਵੀਰ ਸਿੰਘ ਗੜੀ ਉਹਨਾਂ ਦੇ ਉੱਤੇ ਜਿਹੜਾ ਐਲੀਗੇਸ਼ਨ ਲੱਗ ਰਿਹਾ, ਇੱਕ ਡਾਕਟਰ ਬੀ ਐਂਡ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਜਿਹੜੀ ਇਟਲੀ, ਉਹਨਾਂ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ ਜ਼ੂਮ ਮੀਟਿੰਗ ਰਾਹੀਂ ਔਰ ਉਸ ਜ਼ੂਮ ਮੀਟਿੰਗ ਦੇ ਵਿੱਚ ਸਤਿਕਾਰਯੋਗ ਸਾਡੇ ਸਮੁੱਚੇ ਰਵਿਦਾਸੀਆ ਸਮਾਜ, ਬਹੁਜਨ ਸਮਾਜ ਦੀ ਧਾਰਮਿਕ ਆਵਾਜ਼, ਜਿਨ੍ਹਾਂ ਨੂੰ ਅਸੀਂ ਕੌਮੀ ਬੁਲਾਰਾ ਵੀ ਗਿਣਦੇ ਹਾਂ, ਸਤਿਗੁਰੂ ਰਵਿਦਾਸ ਮਹਾਰਾਜ ਦੇ ਅਨੁਆਈ ਮਹਾਨ ਮਹਾਪੁਰਸ਼ ਸੰਤ ਬਾਬਾ ਕਿਸ਼ਨਾ ਜੀ ਚਿਹੜੂ ਵਾਲੇ, ਉਹ ਵੀ ਉਸ ਮੀਟਿੰਗ ਦੇ ਵਿੱਚ ਜਿਹੜੇ ਆ ਵਿਰਾਜਮਾਨ ਸੀ। ਉਹਨਾਂ ਤੋਂ ਉਪਰੰਤ ਜਿਹੜਾ ਵਿਚਾਰ ਚਰਚਾ ਕਰਨ ਤੋਂ ਉਪਰੰਤ ਸੰਤ ਮਹਾਰਾਜ ਜੀ ਦੇ ਵਿਚਾਰਾਂ ਤੋਂ ਉਪਰੰਤ ਜਿਹੜੇ ਵਿਚਾਰ ਸਰਦਾਰ ਜਸਵੀਰ ਸਿੰਘ ਗੜੀ ਜੀ ਨੇ ਰੱਖੇ, ਉਹਨਾਂ ਵਿਚਾਰਾਂ ਦੇ ਵਿੱਚ ਉਹਨਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਸਮੇਂ ਨੂੰ ਕਿ ਉਹਨਾਂ ਦਾ ਜਿਹੜਾ ਸਮਾਂ ਸੀ ਉਸ ਸਮੇਂ ਦੀ ਕਲਪਨਾ ਕੀਤੀ। ਕਲਪਨਾ ਅੱਜ ਜਿਹੜੇ ਬਹੁਤ ਲੋਕ ਆ ਜਿਹੜੇ ਕਲਪਨਾ ਕਰਦੇ ਆ ਤਰ੍ਹਾਂ ਤਰ੍ਹਾਂ ਦੀ, ਆਪਾਂ ਸਾਹਿਤਕ ਜਿਹੜੇ ਲੋਕ ਆ ਉਹ ਵੀ ਕਈ ਵਾਰੀ ਕਲਪਨਾ ਲਿਖ ਜਾਂਦੇ ਆ। ਜਿਵੇਂ ਅਸੀਂ ਤਸਵੀਰਾਂ ਦੀ ਗੱਲ ਕਰਦੇ ਕਿ ਕਾਲਪਨਿਕ ਆ, ਉਹਨਾਂ ਨੇ ਕਲਪਨਾ ਕੀਤੀ ਕਿ ਉਦੋਂ ਕਿਹੜੇ ਹਾਲਾਤ ਹੋਣਗੇ ਔਰ ਜੇਕਰ ਉਹ ਪੂਰੀ ਦੀ ਪੂਰੀ ਵੀਡੀਓ ਸੁਣੀ ਜਾਵੇ, ਸਰਦਾਰ ਜਸਵੀਰ ਸਿੰਘ ਗੜੀ ਦੇ ਪੂਰੇ ਵਿਚਾਰ ਸੁਣੇ ਜਾਣ, ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਥੀ ਗੁੰਮਰਾਹ ਹੋਣਾ ਚਾਹੁੰਦੇ ਆ ਉਹ
ਜ਼ਰੂਰ ਕੁਛ ਜਿਹੜੇ ਆਪਣੀ ਬੁੱਧੀ ਤੋਂ ਕੰਮ ਲੈਣਗੇ। ਲੇਕਿਨ ਉਹ ਜਿਹੜੀ ਉਹਨਾਂ ਦੀ ਜਿਹੜੀ ਵੀਡੀਓ ਸੀ ਉਹਨੂੰ 7-8 ਮਿੰਟ ਦੀ ਕੱਟ ਕੇ ਉਹਨੂੰ ਕੁਝ ਹੋਰ ਰੰਗਤ ਦੇ ਕੇ ਪੇਸ਼ ਕੀਤਾ ਗਿਆ ਔਰ ਸਮਾਜ ਦੇ ਵਿੱਚ ਜਿਹੜਾ ਇੱਕ ਬਖਰੇਵਾ ਖੜਾ ਕੀਤਾ, ਇੱਕ ਜਿਹੜਾ ਬਹੁਤ ਮੰਦਭਾਗਾ ਆ। ਜਿੱਥੇ ਮੰਦਭਾਗਾ ਆ ਉੱਥੇ ਸਾਨੂੰ ਇੱਕ ਚੀਜ਼ ਇਹ ਵੀ ਗੱਲ ਜਿਹੜੀ ਜ਼ਾਹਰ ਹੋ ਗਈ ਕਿ ਸਾਨੂੰ ਚਿੱਟੀਆਂ ਕਾਲੀਆਂ ਭੇਡਾਂ ਦਾ ਜਿਹੜਾ ਪਰਖ ਵੀ ਹੋ ਗਈ ਕਿ ਬੁੱਕਲ ਦੇ ਵਿੱਚ ਜਿਹੜੇ ਨਾਗ ਬੈਠੇ ਆ ਉਹਨਾਂ ਤੋਂ ਬਚਣਾ ਵੀ ਜ਼ਰੂਰੀ ਆ। ਹੁਣ ਇਹਦੇ 'ਚ ਮੈਂ ਚਰਚਾ ਵੀ ਕਰਨੀ ਆ। ਕੱਲ ਇੱਕ ਸਾਡੇ ਸਾਥੀ ਅਵਤਾਰ ਮਸ਼ਾਣੀ ਦੇ ਉੱਤੇ ਪਰਚਾ ਵੀ ਕਰਵਾਇਆ ਔਰ ਉਹ ਸਾਥੀ ਜਿਹੜਾ ਵਿਦੇਸ਼ 'ਚ ਬੈਠਾ ਆ ਔਰ ਮੈਂ ਸਤਿਕਾਰਯੋਗ ਸਾਥੀਓ ਇੰਡੀਆ 'ਚ ਹੀ ਆ। ਇਸੇ ਕਰਕੇ ਮੈਂ ਇੱਥੋਂ ਵਿਚਾਰ ਦੇਣੇ ਚਾਹੇ ਆ ਕਿ ਜਿਹੜੇ ਲੋਕ ਗਮਰਾਹਕੁਨ ਪ੍ਰਚਾਰ ਕਰਦੇ ਆ ਇਹਨਾਂ ਨੂੰ ਪਤਾ ਹੋਵੇ ਕਿ ਅਸੀਂ ਇੰਡੀਆ 'ਚ ਬੈਠੇ ਆ। ਜੇ ਪਰਚੇ ਕਰਾਉਣੇ ਆ ਭਰਾਵੋ ਆਓ ਬਹਿ ਕੇ ਪਹਿਲਾਂ ਡਿਬੇਟ ਕਰੋ। ਡਿਬੇਟ ਕਰਨ ਤੋਂ ਉਪਰੰਤ ਤੁਹਾਨੂੰ ਜਾਣੀਏ ਕਿ ਤੁਸੀਂ ਗੁਰੂ ਜੀ ਦੇ ਸਿਧਾਂਤ ਤੇ ਕੰਮ ਕਰ ਰਹੇ ਆ ਜਾਂ ਗੁਰੂ ਦੀ ਵਿਚਾਰਧਾਰਾ ਨੂੰ ਉਹਨਾਂ ਦੇ ਸਿਧਾਂਤ ਨੂੰ ਢਾਹ ਲਾਉਣ ਲਈ ਕੰਮ ਕਰ ਰਹੇ ਆ। ਫਿਰ ਜਿਹੜੀ ਗੱਲ ਆ ਉਹ ਆਪ ਸਭ ਸਾਥੀਆਂ ਨੂੰ ਇਹ ਸਮਝ ਲੱਗੇਗੀ। ਹੁਣ ਇੱਥੇ ਗੱਲ ਜਿਹੜੀ ਹੈ ਕਿ ਸਰਦਾਰ ਜਸਵੀਰ ਸਿੰਘ ਗੜੀ ਜੀ ਮਾਫੀ ਮੰਗਣ। ਜਦੋਂ ਉਹਨਾਂ ਦਿਨਾਂ ਦੇ ਵਿੱਚ ਉਹ ਵੀਡੀਓ ਜਿਹੜੀ ਕੱਟ ਕੇ ਵਾਇਰਲ ਕੀਤੀ ਗਈ ਤੇ ਉਦੋਂ ਪ੍ਰਧਾਨ ਸਾਹਿਬ ਨੇ ਸੋਚਿਆ ਕਿ ਸਮਾਜ 'ਚ ਬਖਰੇਵਾ ਨਹੀਂ ਖੜਾ ਹੋਣਾ ਚਾਹੀਦਾ ਤੇ ਉਹਨਾਂ ਨੇ ਸਰਦਾਰ ਜਸਵੀਰ ਸਿੰਘ ਗੜੀ ਹੋਣਾ ਨੇ ਜਿਹੜਾ ਸਮਾਜ ਦੇ ਕੋਲੋਂ ਕਿਹਾ ਕਿ ਜੇਕਰ ਕਿਸੇ ਮੇਰੇ ਵਿਚਾਰਾਂ ਦੇ ਨਾਲ ਤੁਹਾਨੂੰ ਜਿਹੜੀ ਮੇਰੇ ਵਿਚਾਰਾਂ ਦੇ ਨਾਲ ਕੋਈ ਤੁਹਾਡੀ ਭਾਵਨਾਵਾਂ ਨੂੰ ਠੇਸ ਪਹੁੰਚਿਆ ਜਾਂ ਤੁਹਾਨੂੰ ਵਿਚਾਰਾਂ ਨੂੰ ਸਮਝਣ ਦੇ ਵਿੱਚ ਕੁਝ ਹੇਰ ਫੇਰ ਲੱਗਿਆ ਤੇ ਉਹਦੇ 'ਚ ਮੈਂ ਸਮਾਜ ਦੇ ਕੋਲੋਂ ਮਾਫੀ ਮੰਗਦਾ ਔਰ ਮੈਂ ਆਪਣੇ ਪੁਰਖਿਆਂ ਦੀ ਵਿਚਾਰਧਾਰਾ ਨੂੰ ਸਫਲ ਕਰਨ ਲਈ ਕਾਰਜ ਕਰ ਰਿਹਾ। ਔਰ ਉਹਨਾਂ ਦਾ ਇੱਕ ਜਿਹੜਾ ਸਮਾਜ ਦੇ ਹਿੱਤ ਦੇ ਵਿੱਚ ਵਧੀਆ ਫੈਸਲਾ ਸੀ। ਲੇਕਿਨ ਪਿਛਲੇ ਦਿਨੀ ਕੀ ਹੋਇਆ, ਇੱਕ ਬਾਬਾ ਲੁਧਿਆਣੇ ਦੀ ਧਰਤੀ ਤੇ ਜਾਂਦਾ। ਉਹ ਬਾਬਾ ਉੱਥੇ ਜਾ ਕੇ ਕਹਿੰਦਾ ਕਿ ਸਿਰ ਕਤਲ ਕਰ ਦਿਓ, 500 ਜੁੱਤੀਆਂ ਮਾਰੋ, ਜੇ ਕਰੋ ਉਹ ਕਰੋ। ਔਰ ਉਹਦੇ ਪਿੱਛੇ ਜਿਹੜੇ RSS ਦੀ ਮਾਨਸਿਕਤਾ ਵਾਲੇ ਲੋਕ ਕੰਮ ਕਰ ਰਹੇ ਆ ਉਹਨਾਂ ਲੋਕਾਂ ਬਾਰੇ ਵੀ ਤਕਰੀਬਨ ਤੁਸੀਂ ਸਾਰੇ ਜਾਣਦੇ ਆ। ਉਸ ਤੋਂ ਉਪਰੰਤ ਕੁਝ ਸਾਡੇ ਸਾਥੀ ਥਾਣਿਆਂ 'ਚ ਜਿਹੜਾ ਉਹਨਾਂ ਨੇ ਮੰਗ ਪੱਤਰ ਦੇਣੇ ਸ਼ੁਰੂ ਕਰ ਦਿੱਤੇ ਆ। ਕਰਤਾਰਪੁਰ 'ਚ ਪਰਚਾ ਕਰਵਾਇਆ ਗਿਆ, ਆਦਮਪੁਰ 'ਚ ਜਿਹੜਾ ਦਰਖਾਸਤ ਦਿੱਤੀ, ਫਲੌਰ 'ਚ ਦਰਖਾਸਤ ਦਿੱਤੀ। ਸੋ ਸਾਥੀਓ ਕਿਉਂ ਸਮਾਜ ਦਾ ਜਿਹੜਾ ਬੇੜਾ ਗਰਕ ਕਰਨ ਲੱਗੇ ਹੋ ਆ। ਜਦੋਂ ਬਹੁਜਨ ਸਮਾਜ ਪਾਰਟੀ ਚੜ੍ਹਦੀ ਕਲਾ ਚਾਹੁੰਦੀ ਆ, ਜਦੋਂ ਬਹੁਜਨ ਸਮਾਜ ਪਾਰਟੀ ਸੱਤਾ ਦੇ ਨਜ਼ਦੀਕ ਪਹੁੰਚਦੀ ਆ ਉਦੋਂ ਜਾਂ ਤਾਂ ਬਹੁਜਨ ਸਮਾਜ ਪਾਰਟੀ ਦੇ ਵਿੱਚੋਂ ਜਿਹੜੇ ਆ ਭਵੀਸ਼ਣ ਲੋਕ ਜਿਹੜੇ ਆ ਭਗੌੜੇ ਹੋ ਜਾਂਦੇ ਆ ਤੇ ਜਾਂ ਫਿਰ ਇਸ ਤਰ੍ਹਾਂ ਦਾ ਕੋਈ ਨਾ ਕੋਈ ਇਸ਼ੂ ਬਣਾਇਆ ਜਾਂਦਾ। ਬਹੁਤੇ ਸਾਥੀ ਕਹਿੰਦੇ ਆ ਕਿ ਮਾਫੀ ਮੰਗ ਲੈਣੀ ਚਾਹੀਦੀ ਆ। ਜਦੋਂ ਕੋਈ ਗਲਤੀ ਨਹੀਂ ਤਾਂ ਫਿਰ ਉਹਦੇ 'ਚ ਮਾਫੀ ਮੰਗਣ ਦਾ ਕਾਰਜ ਕੋਈ ਨਹੀਂ, ਮਾਫੀ ਮੰਗਣ ਦਾ ਕੋਈ ਕੰਮ ਨਹੀਂ। ਤੇ ਜੇਕਰ ਗਲਤੀ ਆ ਤਾਂ ਫਿਰ ਗਲਤੀਆਂ ਦੀ ਮਾਫੀ ਨਹੀਂ ਹੁੰਦੀ, ਸਜ਼ਾ ਹੁੰਦੀ ਆ। ਸੰਵਿਧਾਨ ਬਣਿਆ ਆ, ਸੰਵਿਧਾਨ ਦੇ ਨਾਲ ਦੇਸ਼ ਚੱਲਦਾ। ਔਰ ਇੱਥੇ ਜਿਹੜੇ ਉੱਠ ਕੇ ਕੋਈ ਵੀ ਬੰਦਾ ਕਹਿ ਦੇਵੇ ਕਿ ਫਲਾਣੇ ਦਾ ਸਿਰ ਕਤਲ ਕਰ ਦਿਓ ਤੇ ਫਿਰ ਉਹ ਗੱਲਾਂ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਆ। ਜੇਕਰ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ, ਸਾਡੇ ਤਰਕ ਦੇ ਨਾਲ, ਸਾਡੀ ਕਲਪਨਾ ਦੇ ਨਾਲ, ਜੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਜਿਹੜੇ ਕਿ ਸਮਾਜ ਦੇ ਠੇਕੇਦਾਰ ਬਣੇ ਹੋ ਆ, ਤੇ ਫਿਰ ਉਹਨਾਂ ਠੇਕੇਦਾਰਾਂ ਦੀ ਸੌੜੀ ਮਾਨਸਿਕਤਾ ਦੇ ਕਾਰਨ, ਉਹਨਾਂ ਦੀ ਜਿਹੜੀ ਹੈ ਨਿੱਜੀ ਪੱਖ ਨੂੰ ਮੁੱਖ ਰੱਖ ਕੇ ਸਮਾਜ ਦਾ ਮੁੱਲ ਵੱਟਣ ਦੇ ਕਾਰਨ, ਤਾਂ ਫਿਰ ਭਾਵਨਾਵਾਂ ਸਾਡੀਆਂ ਨੂੰ ਵੀ ਠੇਸ ਪਹੁੰਚਦੀ ਆ ਬਈ। ਜੇ ਸਾਡਾ ਤਰਕ, ਸਾਡੀ ਕਲਪਨਾ ਤੁਹਾਨੂੰ ਠੇਸ ਪਹੁੰਚਾਉਂਦੀ ਆ ਤਾਂ ਫਿਰ ਤੁਹਾਡੇ ਪਖੰਡ ਤੋਂ, ਤੁਹਾਡੇ ਅਡੰਬਰ ਤੋਂ ਠੇਸ ਸਾਨੂੰ ਵੀ ਪਹੁੰਚਦੀ ਆ। ਲੇਕਿਨ ਅਸੀਂ ਸਮਾਜ ਦੇ ਪੱਖ ਨੂੰ ਮੁੱਖ ਰੱਖਦੇ ਹਾਂ, ਸ਼ਾਂਤ ਰਹਿੰਦੇ ਹਾਂ। ਅਸੀਂ ਆਪਣੇ ਗੁਰੂ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਕੰਮ ਕਰਦੇ ਹਾਂ। ਲੇਕਿਨ ਤੁਸੀਂ ਹਮੇਸ਼ਾ ਹੀ ਜਿਹੜਾ, ਜੇਕਰ 19 ਦੀ ਇਲੈਕਸ਼ਨ ਆਈ, ਉਹਨਾਂ ਟਾਈਮਾਂ ਦੇ ਵਿੱਚ ਤੁਸੀਂ ਲੋਕਾਂ ਨੇ
एक जीवन महमी के गीत नूं इशू बना के समुची बहुजन समाज पार्टी का विरोध करना शुरू किया। बार बार तुहानूं बुलाया, कुलवंत राम भरोमजारे बाबा जिहड़े आ उन्होंने भी बुलाया गया कि आओ बाबा जी बहिंदे अंबेडकर भवन च चर्चा करते हैं। उत्थे बैठे बहुत साथी, 400 साथी बैठा, 3 घंटे बहन उपरंत उत्थों बैठ के गए, लेकिन वो बाबा जी उत्थे भी नहीं आए। इन्हां विषयां ते भी बह के विचारा हो जांदियां। और जिहड़ी कि श्री गुरदास साधु संप्रदाय सोसाइटी पंजाब आ, उन्हां दे नाल इस विषय ते गल हो चुकी आ। जिहड़ी मानता प्राप्त सोसाइटी आ, ਉਹਦੇ प्रधान जी सत्कारयोग संत बाबा निर्मल दास जी, उन्होंने इस चीज़ पर कोई इतराज़ नहीं ਜ਼ਾਹਰ किया। उन्हें कहा कि जेकर कोई विचारों के विच विचार करदियां कोई शब्दों का वाधा घाटा होया तो वो बारे प्रधान जी ने माफ़ी मंग ली, सानू उत्ते इतराज़ नहीं करना चाहिए। लेकिन इत्थे एक दो बाबे जिहड़े कि जदों अमृत बाणी की गल आई उदों जाके जिहड़े आ भगौड़े हो गए, जदों रविदासिया धर्म बनाउण की गल आई उदों भगौड़े हो गए। और पिछले दिनों के विच आपां सबना ने रविदासिया समाज के लोगों ने वीडियो देखियां, मैं भी देखिया, तुसीं भी देखियां होणगियां। जदों डेरा सचखंड वल्लां विखे एक मीटिंग हुई आ बहुत वड्डी, उहदे विच भी एक बाबा जी जिहड़े अपने विचार इधर दे के गए आ। फिर उन्हां बाबियां दे उत्ते परचे क्यों नहीं होए बई? उन्हां बाबियां दे उत्ते भी फिर परचे क्यों नहीं होए? वो एक माइक के उत्ते विचारां ओपनली करके गए। वो वीडियो भी कितों ना कितों मिल जानी आपां नूं, बहुत लोगों ने वायरल की और जल्दी वो जी वीडियो कटाती भी गई। सो कहण तो भाव्या कि समाज के हालात जिहड़े आ बिगाड़ले लोगों तो सचेत हो जाओ। कुछ लोग जिहड़े मान्यवर कांशी राम जी के टाइम पार्टी चों भगौड़े हुए, जिन्हों ने साहब श्री कांशी राम जी को क्रांति राम कहना शुरू किया, पिछले समय के फिर भगौड़े होण लगे। जो उन्होंने पता लग्या कि साडियां जिहड़ियां नीतियां, साडियां सोचां जां जो साडा असी करते हैं, जो साडी एक्टिविटी डेली थी, वो पार्टी नूं पता लग गया। साडी इंटैलीजेंसी जिहड़ी आ काम कर रही बहुजन समाज पार्टी की पता लग गया। और बहुत जल्दी जिहड़ा सानू पार्टी दे विचों शायद कढ़ दिता जाए। तो उन्होंने लोगों ने बड़ी जल्दी एक कुछ कांग्रेस तो आए उसी, कुछ उदा भगौड़े हुए लोग, उन्होंने बड़ी जल्दी अस्तीफे देते। और अजकल इस इशू के मगर भी वो लोग आ जिहड़ा इशू मुड़ के उलझाया गया, इनू उछालिया गया, 2 महीने बाद ये मगर भी वो लोग आ। सो बहुजन समाज के गुरु रविदास महाराज के पैरोकार लोगों, भैनों भाईओ, आपां नूं इस चीज़ नूं समझना पैना कि जिहड़ा साडे समाज का घाण कर रहे लोग आ, सानू उन्हां दे कोलों सचेत रहना पवेगा। जे असीं उन्हां तों सचेत नहीं रहिंदे तां मैनूं लगदा कि असीं आउण वाले समय दे विच बहुत घाटा खावांगे। क्योंकि प्रधान सरदार जसवीर सिंह गढ़ी होना ने जिहड़ा उन्होंने काम किया, मैनूं लगदा कि समय समय ते साडी समुची लीडरशिप बहुत वधिया काम करदी रही है। चाहे उहदे च सत्कारयोग सरदार करीमपुरी जी होण, अवतार सिंह करीमपुरी साहब सी, चाहे मोहन सिंह फलियां वाला जी पहले टाइमां च रहे, चाहे वो गुरलाल सैला जी, बेशक वो सत्कारयोग रछपाल राजू जी, तो उन्होंने सारिਆਂ ने बहुत वधिया काम किया। ये किसी के उत्ते शंके नहीं पैदा किए जा सकते। लेकिन सरदार जसवीर सिंह गढ़ी होना ने बहुजन समाज पार्टी का केडर जिहड़ा मुड़ तैयार किया और समाज के जिस तरीके नाल मुड़ जिहड़ी है उन्होंने स्पैट पैदा की आ। मैनूं लगदा कि अज जिहड़ियां कांग्रेस भाजपा बुखला चुकियां, अकाली बुखला चुके आ। और ये जिहड़े लोग आ आए दिन सोशल मीडिया के उत्ते अपने प्यादिਆਂ ਨੂੰ मोहरे रख के तरह तरह के काम कराउंदे आ। तो जे असीं इन्हां नूं खुले छड़ दिता तो ये किसी ना किसी के सिंग मारनगे, समाज के सिंग मारने इन्होंने। सो इसलिए सानू सारिਆਂ ਨੂੰ 2022 ਨੂੰ मुख रखदिआं जरूर ध्यान देना चाहिए कि असी 2022 ਦੇ ਵਿੱਚ ਜਿਹੜਾ बहुजन समाज पार्टी ने पंजाब की विधान सभा के उत्ते काबज होना, आपां सबना साथियों नूं
ਆਪਸ ਵਿੱਚ ਜਿਹੜਾ ਸਾਨੂੰ ਸਾਰੇ ਸਾਥੀਆਂ ਨੂੰ ਬਹੁਜਨ ਸਮਾਜ ਪਾਰਟੀ ਦੀ ਚੜ੍ਹਦੀ ਕਲਾ ਲਈ ਕਾਰਜ ਕਰਨੇ ਚਾਹੀਦੇ ਆ। ਕਿਉਂ ਸਾਥੀ ਕਾਫੀ ਜਿਹੜੇ ਆ ਵਿਚਾਰ ਕਰ ਰਹੇ ਆ, ਔਰ ਮੈਂ ਉਹਨਾਂ ਸਾਰੇ ਸਾਥੀਆਂ ਦੇ ਬਾਅਦ ਵਿੱਚ ਜਿਹੜੇ ਉਹਨਾਂ ਦੇ ਵਿਚਾਰਾਂ ਨੂੰ ਪੜ੍ਹ ਕੇ, ਉਹਨਾਂ ਦੇ ਕਮੈਂਟ ਪੜ੍ਹ ਕੇ ਉਹ 'ਤੇ ਉਹਨਾਂ ਨੂੰ ਰਿਪਲਾਈ ਵੀ ਕਰਾਂਗਾ ਸਾਥੀਓ। ਔਰ ਮੈਂ ਸਭ ਸਾਥੀਆਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਨੂੰ ਬਹੁਜਨ ਸਮਾਜ ਪਾਰਟੀ ਦੀ ਚੜ੍ਹਦੀ ਕਲਾ ਲਈ ਜਿਹੜਾ ਕੰਮ ਕਰਨਾ ਚਾਹੀਦਾ। ਔਰ ਅਜਿਹੇ ਜਿਹੜੇ ਲੋਕ ਆ ਜਿਹੜੇ ਇਹ ਆਏ ਦਿਨ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸ਼ਾਖ ਨੂੰ ਢਾਹ ਲਾਉਂਦੇ ਆ, ਉਹਨਾਂ ਤੋਂ ਸੁਚੇਤ ਹੋਣਾ ਚਾਹੀਦਾ। ਕਿਉਂਕਿ ਜੇਕਰ ਕੋਈ ਸਾਡੇ ਪ੍ਰਧਾਨ ਜੀ ਨੂੰ ਕਹਿੰਦਾ, ਸੋ ਸਤਿਕਾਰਯੋਗ ਸਾਥੀਓ, ਅਸੀਂ ਆਪ ਸਾਰੇ ਕਹਿੰਦੇ ਆਪਾਂ ਸਾਰੇ ਕਹਿੰਦੇ ਆ ਕਿ ਬਹੁਜਨ ਸਮਾਜ ਪਾਰਟੀ ਜਿਹੜੀ ਆ ਜਦੋਂ ਕਿਸੇ ਤੇ ਪੀੜ ਪੈਂਦੀ ਆ ਤੇ ਪਹੁੰਚਦੀ ਆ, ਆਪਾਂ ਨੂੰ ਪਤਾ। ਜੇ ਕਿਤੇ ਸਾਡੀ ਲੀਡਰਸ਼ਿਪ ਲੇਟ ਹੋ ਜਾਂਦੀ ਆ, ਅਸੀਂ ਉੱਥੇ ਗੱਲ ਕਰਦੇ ਆ ਕਿ ਬਹੁਜਨ ਸਮਾਜ ਪਾਰਟੀ ਵਾਲੇ ਛੇਤੀ ਪਹੁੰਚੇ ਨਹੀਂ। ਜਦੋਂ ਸਾਡੇ ਹੱਕਾਂ ਦੀ ਲੜਾਈ ਬਹੁਜਨ ਸਮਾਜ ਪਾਰਟੀ ਦੇ ਆਗੂ ਸਾਹਿਬਾਨ ਲੜਦੇ ਆ, ਉਹਨਾਂ ਦੇ ਲੀਡਰ ਲੜਦੇ ਆ, ਤਾਂ ਫਿਰ ਜਦੋਂ ਸਾਡੇ ਆਗੂ ਸਾਹਿਬਾਨ ਦੇ ਉੱਤੇ ਕੋਈ ਆਮ ਬੰਦਾ ਉੱਠ ਕੇ ਗੱਲ ਕਰੇ, ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੇ ਆਗੂ ਦੀ ਰੱਖਿਆ ਕਵਚ ਅਸੀਂ ਵੀ ਬਣਨਾ। ਜੇ ਸਾਡੇ ਲਈ ਉਹ ਲੜਦੇ ਤੇ ਸਾਨੂੰ ਜ਼ਰੂਰ ਫਿਰ ਉਹਨਾਂ ਦੀ ਜਿਹੜੀ ਆ ਰੱਖਿਆ ਕਵਚ ਬਣ ਕੇ ਉਹਨਾਂ ਦੇ ਹੱਕ 'ਚ ਵੀ ਸਾਨੂੰ ਖੜਨਾ ਚਾਹੀਦਾ। ਔਰ ਜੇਕਰ ਸਾਡਾ ਆਗੂ ਗਲਤ ਆ, ਫਿਰ ਅਸੀਂ ਵੀ ਕਹਿ ਸਕਦੇ ਹਾਂ ਕਿ ਸਾਡਾ ਆਗੂ ਜਿਹੜਾ ਉਹਦੇ 'ਚ ਕਮੀ ਆ, ਔਰ ਉੱਥੇ ਅਸੀਂ ਆਗੂ ਨੂੰ ਵੀ ਕਹਿ ਸਕਦੇ ਹਾਂ ਕਿ ਤੁਸੀਂ ਇਸ ਚੀਜ਼ ਦਾ ਜਿਹੜਾ ਇਹ ਮੰਨ ਲੈਣੀ ਚਾਹੀਦੀ ਗੱਲ। ਲੇਕਿਨ ਅੱਜ ਇੱਥੇ ਇੱਕ ਬਾਬਾ ਕੁਲਵੰਤ ਰਾਮ ਕਹਿੰਦਾ ਕਿ ਸਾਡੇ ਕੋਲ ਮਾਫੀ ਮੰਗਣ ਆਵੇ, ਕੱਲ ਹੋਰ ਕੋਈ ਬਾਬਾ ਉੱਠ ਕੇ ਕਹਿ ਦੇਗਾ, ਪਰਸੋਂ ਨੂੰ ਕੋਈ ਹੋਰ ਮਹਾਂਪੁਰਸ਼ ਕਹਿ ਦੇਗਾ। ਤਾਂ ਜਦੋਂ ਸਮਾਜ ਦੇ ਸੰਤ ਇੱਕ ਨਹੀਂ, ਫਿਰ ਸਾਡਾ ਤਖਤ ਕਿਹੜਾ ਤਖਤ ਆ ਜਿੱਥੇ ਕਿ ਅਸੀਂ ਕੋਈ ਗਲਤੀ ਕਰਨ ਉਪਰੰਤ ਜਾ ਕੇ ਸੇਵਾਵਾਂ ਲਾ ਲਈਏ। ਪਹਿਲਾਂ ਇਹਨਾਂ ਮਹਾਂਪੁਰਸ਼ਾਂ ਨੂੰ, ਸੰਤਾਂ ਨੂੰ ਬੇਨਤੀ ਆ ਕਿ ਪਹਿਲਾਂ ਤੁਸੀਂ ਸਾਰੇ ਆਪ ਇੱਕ ਹੋਵੋ। ਜੇਕਰ ਅੱਜ ਇੱਕ ਜਿਹੜੀ ਸੰਪਰਦਾ ਸੋਸਾਇਟੀ ਆ, ਸ਼੍ਰੀ ਗੁਰਦਾਸ ਸਾਧੂ ਸੰਪਰਦਾ ਸੋਸਾਇਟੀ ਪੰਜਾਬ, ਜਿਹਦੇ ਪ੍ਰਧਾਨ ਜੀ ਸੰਤ ਬਾਬਾ ਨਿਰਮਲ ਦਾਸ ਜੀ, ਔਰ ਜਿਹਦੇ ਕਿ ਜਿਹੜੇ ਚੇਅਰਮੈਨ ਸੰਤ ਬਾਬਾ ਸਰਵਨਦਾਸ ਜੀ ਵਾਹੁਣ ਵਾਲੇ, ਪਿਛਲੇ ਕਾਫੀ ਲੰਮੇ ਸਮੇਂ ਤੋਂ ਸਭਾ ਸੋਸਾਇਟੀ ਚੱਲੀ ਆ ਰਹੀ ਉਹ, ਤੇ ਜੇ ਉਹਦੇ ਵਿਰੋਧ ਦੇ ਵਿੱਚ ਬੜੀ ਜਲਦੀ ਦੇ ਵਿੱਚ ਬਾਬਾ ਕੁਲਵੰਤ ਰਾਮ ਭਰੋ ਮਜਾਰੇ ਵਾਲਾ ਸੁਸਾਇਟੀ ਬਣਾ ਸਕਦਾ, ਤੇ ਸਾਨੂੰ ਸੋਚ ਲੈਣਾ ਚਾਹੀਦਾ ਕਿ ਕਿੱਥੇ ਕਿੱਥੇ ਸਾਡੇ ਮਿਸ਼ਨ ਨੂੰ ਢਾਹ ਲਾਉਣ ਲਈ ਕਿਹੜੇ ਕਾਰਜ ਹੋ ਸਕਦੇ ਆ। ਹੁਣ ਇੱਥੇ ਜਿਹੜੇ ਸਾਥੀ ਕਹਿਣਗੇ ਕਿ ਸਾਡੇ ਰਵਿਦਾਸੀਆ ਸਮਾਜ ਦੇ ਸੰਤਾਂ ਦੇ ਖਿਲਾਫ ਬੋਲਦੇ ਆ, ਅਸੀਂ ਭਰਾਵੋ ਰਵਿਦਾਸੀਆ ਸਮਾਜ ਦੇ ਸੰਤਾਂ ਦੇ ਸਨਮਾਨ ਦੇ ਵਿੱਚ ਆ, ਪਰ ਇਹਨਾਂ ਸੰਤਾਂ ਨੂੰ ਜ਼ਰੂਰ ਇਹ ਗੱਲ ਕਹੋ ਕਿ ਤੁਸੀਂ ਗੱਲ ਕਰੋ ਕਿ ਅਸੀਂ ਰਵਿਦਾਸੀ ਹੈ। ਪਿਛਲੇ ਦਿਨਾਂ ਦੀਆਂ ਇਹਨਾਂ ਦੀਆਂ ਤੁਸੀਂ ਜਿਹੜੀਆਂ ਡਿਬੇਟਾਂ ਇਹਨਾਂ ਦੀਆਂ ਲਾਈਵ ਦੇਖੋ, ਔਰ ਕੱਲ ਇਹਨਾਂ ਦੀ ਬਾਬਾ ਜੀ ਦੀ ਇੱਕ ਜਿਹੜੀ ਮੈਂ ਇਹ ਆਡੀਓ ਸੁਣੀ ਆ, ਉਹ ਇੱਕ ਬੜੀ ਮੈਨੂੰ ਮੰਦਭਾਗੀ ਜਿਹੀ ਲੱਗੀ। ਜੇਕਰ ਤੁਸੀਂ ਸਾਥੀ ਵੀ ਸੁਣੋ ਤਾਂ ਤੁਹਾਨੂੰ ਪਤਾ ਲੱਗੇ ਕਿ ਸੰਤਾਂ ਦੀ ਭਾਸ਼ਾ ਜਿਹੜੀ ਆ ਕੀ ਇਹ ਹੁੰਦੀ ਆ। ਸੋ ਸਾਨੂੰ ਇਹ ਜਿਹੜੇ ਸਾਥੀ ਗੁੰਮਰਾਹ ਕੌਣ ਪ੍ਰਚਾਰ ਕਰਦੇ ਆ, ਜਿਹੜੇ ਸਾਥੀ ਵਿਦਵਾਨ ਬਣ ਕੇ ਦੱਸਦੇ ਕਿ ਇਦਾਂ ਦੀ ਇਦਾਂ ਹੋਣੀ ਚਾਹੀਦੀ ਆ, ਭਰਾਵੋ ਪਹਿਲਾਂ ਪਿਛਲੇ 2009 ਤੋਂ ਲੈ ਕੇ 24 ਮਈ 2009 ਤੋਂ ਲੈ ਕੇ 25 ਮਈ ਤੋਂ ਤੁਸੀਂ ਪਿਛਲੇ ਸਮੇਂ ਦਾ ਪਹਿਲਾਂ ਇਤਿਹਾਸ ਖੋਲ੍ਹ ਕੇ ਦੇਖੋ। ਔਰ ਇੱਕ ਕੱਲ ਜਿਹੜਾ ਨੂਰ ਮਹਿਲੀਆਂ ਦਾ ਚੇਲਾ ਕੋਈ ਉਹ ਕਾਨਫਰੰਸ ਕਰਕੇ ਜਾਂਦਾ, ਜਦੋਂ ਭਗਵਾਨ ਵਾਲਮੀਕ ਮਹਾਰਾਜ ਦੇ ਪੈਰੋਕਾਰ ਜਿਹੜੇ ਆ ਉਹ ਕੋਈ ਮੰਗ ਰੱਖਦੇ ਆ, ਉਹ ਮੰਗ ਪੱਤਰ ਦਿੰਦੇ ਕਿ ਜਿਹੜਾ ਅਸੀਂ ਰਾਵਣ ਦੇ ਉਪਾਸ਼ਕ ਹਾਂ, ਔਰ ਰਾਵਣ ਦਾ ਜਿਹੜਾ ਇਹ ਪੁਤਲੇ ਦਾ ਦਹਨ ਨਹੀਂ ਹੋਣਾ ਚਾਹੀਦਾ। ਤੇ ਉਦੋਂ ਇਹ ਬੰਦਾ ਜਿਹੜਾ ਵੱਖ-ਵੱਖ ਜਗ੍ਹਾ ਜਾ ਕੇ ਹੁਸ਼ਿਆਰਪੁਰ 'ਚ ਕੀ ਕਿਤੇ ਨਵੇਂ ਸ਼ਹਿਰ 'ਚ ਕੀ ਮੰਗ ਪੱਤਰ ਦਿੰਦਾ ਕਿ ਜਿਹੜੇ ਰਾਵਣ ਦਾ ਦਹਨ ਹੋਣਾ ਚਾਹੀਦਾ, ਅਸੀਂ ਇਸ ਚੀਜ਼ ਦੇ ਹੱਕ 'ਚ ਹਾਂ। ਜਦੋਂ ਕਿਤੇ ਸ਼ਿੰਗਾਰਾ ਰਾਮ ਸੂੰਗੜਾ ਦੇ ਉੱਤੇ ਪਰਚਾ ਦਰਜ ਹੁੰਦਾ, ਤੇ ਇਹ ਬੰਦਾ ਜਿਹੜਾ ਕੱਲ ਪ੍ਰੈਸ ਕਾਨਫਰੰਸ ਕਰਦਾ ਗਿਆ, ਇਹ ਬੰਦਾ ਉਸ ਟਾਈਮ ਜਿਹੜਾ ਸ਼ਿੰਗਾਰਾ ਰਾਮ ਸੂੰਗੜਾ ਦੇ ਵਿਰੋਧ 'ਚ ਖੜਦਾ। ਹੁਣ ਇਹ ਕੱਲ ਬੰਦਾ ਜਿਹੜਾ ਜਸਵੀਰ ਸਿੰਘ ਗੜੀ ਦੇ ਖਿਲਾਫ ਖੜਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਜਥੇਬੰਦੀਆਂ ਆ ਨਿੱਜੀ ਸਵਾਰਥਾਂ ਲਈ ਬਣੀਆਂ, ਸਾਨੂੰ ਉਹਨਾਂ ਦੇ ਵੀ ਜਿਹੜੇ ਆ ਇਹ ਜ਼ਰੂਰ ਰੂਪ ਰੇਖਾ ਜਿਹੜੀ ਦੇਖ ਲੈਣੀ ਚਾਹੀਦੀ ਕਰਦੇ ਕੀ ਆ। ਸੋ ਸਾਥੀਓ, ਅਖੀਰ ਦੇ ਵਿੱਚ ਮੈਂ ਇਹ ਬੇਨਤੀ ਕਰੂੰਗਾ ਕਿ ਜਿਹੜੇ ਲੋਕ ਕਹਿੰਦੇ ਆ ਕਿ ਬਹੁਜਨ ਸਮਾਜ ਪਾਰਟੀ, ਕਿਉਂਕਿ ਉਹਨੇ ਕੱਲ ਕਿਹਾ ਕਿ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਲੋਕ ਆ ਇਹਨਾਂ ਨੇ ਧਰਮ ਪਰਿਵਰਤਨ ਕਰ ਲਿਆ।
ਵੀ ਭਰਾਵੋ ਸਾਡਾ ਪਹਿਲਾਂ ਤਾਂ ਕਲੀਅਰ ਕਰੋ ਕਿ ਧਰਮ ਸਾਡਾ ਮਾਨਤਾ ਕਿਹੜੇ ਧਰਮ ਨੂੰ ਆ, ਸਾਡੇ ਨੂੰ ਸਾਡਾ ਕਿਹੜਾ ਧਰਮ ਆ। ਔਰ ਉਹ ਜਿਹੜਾ ਕੱਲ ਕਾਨਫਰੰਸ ਕਰਕੇ ਗਿਆ ਉਹ ਵੀ ਆਪਣਾ ਵੀ ਦੱਸ ਦੇ ਵੀ ਕਿਹੜਾ ਤੇਰਾ ਧਰਮ ਆ। ਇਸ ਤਰ੍ਹਾਂ ਦੀਆਂ ਜਿਹੜੀਆਂ ਗੁੰਮਰਾਹ ਕੂਨ ਪ੍ਰਚਾਰ ਕਰਕੇ RSS ਦੇ ਹੱਥ ਟੋਕਿਓ, ਸਮਾਜ ਦਾ ਨੁਕਸਾਨ ਨਾ ਕਰੋ। ਅਕਾਲੀ ਭਾਜਪਾ ਦੇ ਕਾਂਗਰਸ ਦੇ ਹੱਥ ਟੋਕਿਓ, ਸਮਾਜ ਦਾ ਨੁਕਸਾਨ ਨਾ ਕਰੋ। ਬਹੁਜਨ ਸਮਾਜ ਪਾਰਟੀ ਜਿਹੜੀ ਆ ਇਸ ਵਾਰ ਸੱਤਾ ਪ੍ਰਾਪਤ ਕਰਨ ਅੱਗੇ ਜਾ ਰਹੀ ਹੈ ਤੇ ਤੁਸੀਂ ਸਮਾਜ ਦੇ ਹਿੱਤ ਦੇ ਵਿੱਚ ਅਗਰ ਚਾਹੁੰਦੇ ਹੋ ਤੇ ਆਓ ਸਾਰੇ ਰਲ ਕੇ ਭਾਈਬੰਦੀ ਦੇ ਨਾਲ ਗੁਰੂਆਂ ਦੀ ਵਿਚਾਰਧਾਰਾ ਦੇ ਪਹਿਰਾ ਦਈਏ, ਨਾ ਕਿ ਗੁਰੂਆਂ ਦੇ ਮਿਸ਼ਨ ਨੂੰ ਢਾਹ ਲਾਈਏ। ਸੋ ਹੋ ਸਕਦਾ ਮੇਰੇ ਇਹਨਾਂ ਵਿਚਾਰਾਂ ਦੇ ਨਾਲ ਕੱਲ ਨੂੰ ਕਈਆਂ ਦੀਆਂ ਭਾਵਨਾਵਾਂ ਭੜਕਣ, ਲੇਕਿਨ ਮੈਨੂੰ ਕੋਈ ਜਿਹੜਾ ਇਹਦੇ 'ਚ ਖੌਫ ਨਹੀਂ ਹੈ ਕਿ ਮੈਂ ਜਿਹੜੀ ਗੱਲ ਸੱਚੀ ਗਈ ਆ ਔਰ ਮੇਰੇ ਨਾਲ ਡਿਬੇਟ ਕਰ ਸਕਦਾ ਕੋਈ ਵੀ, ਜਿਹੜਾ ਵੀ ਸਾਥੀ ਚਾਹਵੇ ਮੇਰੇ ਨਾਲ ਡਿਬੇਟ ਕਰ ਸਕਦਾ। ਮੈਂ ਪੰਜਾਬ 'ਚ ਹੀ ਹਾਂ, ਇੰਡੀਆ 'ਚ ਹੀ ਬੈਠਾ, ਜਲੰਧਰ 'ਚ ਹਾਂ ਮੈਂ। ਕੋਈ ਵੀ ਸਾਥੀ ਜਿਹੜਾ ਆਏ ਦਿਨ ਆਪਾਂ ਵੱਖ-ਵੱਖ ਪਿੰਡਾਂ 'ਚ ਜਾਂਦੇ ਹਾਂ, ਸਾਥੀਆਂ ਨੂੰ ਮਿਲਦੇ ਹਾਂ। ਕਾਹਦੇ ਲਈ ਮਿਲਦੇ ਹਾਂ ਕਿ ਸਾਡਾ ਸਮਾਜ ਜਿਹੜਾ ਆ ਦਿਨੋਂ ਦਿਨ ਸਾਡੇ ਸਮਾਜ ਦਾ ਘਾਣ ਹੋ ਰਿਹਾ, ਆਪਾਂ ਉਹ ਤੋਂ ਬਚੀਏ, ਸਰਕਾਰਾਂ ਦੀਆਂ ਪਾਲਿਸੀਆਂ ਉਹਨਾਂ ਤੋਂ ਬਚੀਏ। ਸਕੂਲ ਬੰਦ ਆ, ਪਿਛਲੇ ਜਿਹੜਾ ਸਾਲ ਸਕੂਲ ਬੰਦ ਰਹੇ, ਇਸ ਵਾਰ ਸਕੂਲ ਬੰਦ ਆ, ਠੇਕੇ ਖੁੱਲ੍ਹੇ ਆ, ਸਾਡਾ ਉਧਰ ਨੂੰ ਧਿਆਨ ਨਹੀਂ। ਲੋਕ ਜਿਹੜੇ ਆ ਦਵਾਈ ਦੁੱਖੋਂ ਮਰ ਰਿਹਾ, ਸਾਡਾ ਉਧਰ ਨੂੰ ਧਿਆਨ ਨਹੀਂ। ਕਿਉਂਕਿ ਸਾਨੂੰ RSS ਵਾਲਿਆਂ ਨੇ, ਸਾਨੂੰ ਕਾਂਗਰਸ BJP ਵਾਲਿਆਂ ਨੇ ਸਾਨੂੰ ਜਿਹੜਾ ਉਹ ਚੋਗਾ ਹੀ ਉਹ ਪਾਇਆ ਕਿ ਤੁਸੀਂ ਬਹੁਜਨ ਸਮਾਜ ਪਾਰਟੀ ਦੇ ਖਿਲਾਫ ਬੋਲਣਾ, ਤੁਸੀਂ ਉਹਨਾਂ ਦੇ ਖਿਲਾਫ ਬੋਲਣਾ। ਜੇਕਰ ਤੁਸੀਂ ਸਕੂਲਾਂ ਦੇ ਹੱਕ 'ਚ ਬੋਲੇ ਤੇ ਉਹ ਕਾਂਗਰਸ ਦੇ ਖਿਲਾਫ ਜਾਏਗਾ ਕੰਮ, ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਾਏਗਾ। ਜੇ ਤੁਸੀਂ ਦਵਾ ਦਾਰੂ ਲੂ ਜਾਂ ਕਿਸਾਨੀ ਦੇ ਹੱਕ 'ਚ ਬੋਲੇ ਉਹ BJP ਦੇ ਖਿਲਾਫ ਜਾਏਗਾ ਤੇ ਉਹਦੇ ਨਾਲ ਜਿਹੜੀ ਆ BJP ਨੂੰ ਢਾਹ ਲੱਗੇਗੀ। ਸੋ ਇਸ ਕਰਕੇ ਤੁਹਾਨੂੰ ਉਹਨਾਂ ਨੇ ਰੀਣਕ ਗੱਲ ਹੁੰਦੀ ਆ ਤੇ ਸਾਡਾ ਇੱਕ ਅੱਧਾ ਬਾਬਾ ਫੜ ਲੈਂਦੇ ਆ ਵੀ ਆਓ ਜੀ ਤੁਸੀਂ ਇੱਥੇ ਬੋਲ ਦਿਓ, ਤੇ ਉਹ ਬਾਬੇ ਬੋਲ ਦਿੰਦੇ ਆ। ਲੇਕਿਨ ਜਦੋਂ ਉਹਨਾਂ ਬਾਬਿਆਂ ਨੂੰ ਸਮਾਜ ਕਹਿੰਦਾ ਕਿ ਆਓ ਆਪਾਂ ਬੈਠ ਕੇ ਵਿਚਾਰ ਕਰੀਏ, ਉਹ ਬਾਬੇ ਉੱਥੇ ਨਹੀਂ ਬੋਲਦੇ। ਔਰ ਜਿੱਥੇ ਬਾਬਾ ਜੀ ਬੋਲ ਕੇ ਆਏ ਆ ਲੁਧਿਆਣੇ ਦੀ ਧਰਤੀ ਤੇ, ਉਹ ਪ੍ਰੋਗਰਾਮ ਵੀ ਉਹਦੇ ਵਿੱਚ ਇੱਕ ਕਾਂਗਰਸ ਦਾ ਮੇਨ ਲੀਡਰ ਜਿਹੜਾ ਉੱਥੇ ਬੋਲਦਾ ਮੈਂ ਦੇਖਿਆ, ਸ਼ਾਇਦ ਉਸੇ ਮੰਚ ਤੇ ਕਾਂਗਰਸ ਲੀਡਰ ਬੋਲਦੇ ਆ। ਤਾਂ ਫਿਰ ਅਸੀਂ ਉੱਥੇ ਕੀ ਕਹਿ ਸਕਦੇ ਹਾਂ, ਕੀ ਸੋਚ ਸਕਦੇ ਹਾਂ ਕਿ ਜਿਹੜੇ ਉੱਥੇ ਕਿਹੜੇ ਲੋਕ ਹੋਣਗੇ ਕੀ ਬੋਲਦੇ ਆ। ਔਰ ਉਹਨਾਂ ਲੋਕਾਂ ਦੇ ਵਿੱਚੋਂ ਕਿਸੇ ਦੇ ਕੋਲੋਂ ਵੀ ਇਹ ਨਹੀਂ ਸਰਿਆ ਕਿ ਬਾਬਾ ਜੀ ਬਹੁਜਨ ਸਮਾਜ ਪਾਰਟੀ, ਜਦੋਂ ਕਿਤੇ ਤੁਹਾਡੇ ਤੇ ਵੀ ਗੱਲ ਹੁੰਦੀ ਆ, ਪਿੱਛੇ ਸ਼ਾਇਦ ਬਹੁਤ ਸਾਥੀਆਂ ਨੂੰ ਨਾ ਪਤਾ ਹੋਵੇ, ਇਹਨਾਂ 5-7 ਮਹਾਂਪੁਰਸ਼ਾਂ ਦੇ ਉੱਤੇ ਕਤਲ ਦਾ ਕੇਸ ਪੈ ਗਿਆ ਸੀ। ਕਤਲ ਦਾ ਕੇਸ ਪਿਆ ਸੀ, ਇੱਕ ਸੰਤ ਦਾ ਮਹਾਂਪੁਰਸ਼ ਦਾ ਕਤਲ ਕਰਕੇ ਉਹਦੀ ਡੈੱਡ ਬੋਡੀ ਪੇਟੀ 'ਚ ਰੱਖਤੀ ਸੀ। ਇਹ 2010-11 ਦੀ ਗੱਲ ਹੈ ਸਾਥੀਓ। 5-7 ਜਿਹੜੇ ਮਹਾਂਪੁਰਸ਼ਾਂ ਦੇ ਉੱਤੇ ਜੋ ਕਤਲ ਦਾ ਕੇਸ ਪਿਆ, ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤ ਬਾਣੀ ਔਰ ਵਿਦਿਆਰਥੀਆ ਧਰਮ ਦੀ ਜਿਹੜੀ ਗੱਲ ਜਿਹੜੀ ਆ ਜ਼ੋਰਾਂ ਤੇ ਚੱਲ ਰਹੀ ਸੀ। ਔਰ ਇਹਨਾਂ 5-7 ਜਿਹੜੇ ਬਾਬਿਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਉਦੋਂ ਅਖਬਾਰਾਂ 'ਚ ਬਿਆਨ ਦਿੱਤੇ ਸੀ ਕਿ ਸਾਡਾ ਜਿਹੜਾ ਰਵਿਦਾਸੀਆ ਧਰਮ ਨਾ, ਜਾਂ ਅਸੀਂ ਤਾਂ ਆ ਧਰਮ ਵਾਲੇ ਹਾਂ। ਖੈਰ ਉਹ ਵੀ ਸਾਡਾ ਧਰਮ ਸੀ, ਲੇਕਿਨ ਜਦੋਂ ਸਾਡੀ ਆਜ਼ਾਦੀ ਦੀ ਗੱਲ ਸੰਤ ਰਾਮਾਂ ਦੀ ਸ਼ਹਾਦਤ ਤੋਂ ਬਾਅਦ ਹੋਈ ਤੇ ਉਦੋਂ ਇਹਨਾਂ ਲੋਕਾਂ ਨੇ ਜਿਹੜੇ ਇਸ ਤਰ੍ਹਾਂ ਦੇ ਵੀ ਬਿਆਨ ਦਿੱਤੇ ਸੀ। ਅੱਜ ਬਹੁਜਨ ਸਮਾਜ ਪਾਰਟੀ ਚੜ੍ਹਦੀ ਕਲਾ ਨੂੰ ਜਾਣ ਲੱਗੀ ਆ ਤੇ ਅੱਜ ਵੀ ਢਾਹ ਲਾਉਣੀ ਸ਼ੁਰੂ ਕਰਤੀ ਆ। ਸੋ ਇਸ ਲਈ ਮੈਂ ਸਮੁੱਚੇ ਬਹੁਜਨ ਸਮਾਜ ਔਰ ਗੁਰੂ ਰਵਿਦਾਸ ਮਹਾਰਾਜ ਦੇ ਨਾਮਲੇਵਾ ਸਮੂਹ ਸੰਗਤ ਨੂੰ, ਸਾਥੀਆਂ ਨੂੰ ਅਪੀਲ ਕਰਦਾ, ਨੌਜਵਾਨ ਵੀਰਾਂ ਭੈਣਾਂ ਨੂੰ, ਕਿ ਆਪਾਂ ਜਾਗਦੀਆਂ ਜ਼ਮੀਰਾਂ ਵਾਲੇ ਬਣੋ, ਗੁਰੂ ਦੇ ਸਿਧਾਂਤ ਨੂੰ ਸਮਝੋ ਔਰ ਜਿਹੜੇ ਸਮੇਂ-ਸਮੇਂ ਤੇ ਸਮਾਜ ਨੂੰ ਢਾਹ ਲਾਉਂਦੇ ਉਹਨਾਂ ਤੋਂ ਸੁਚੇਤ ਰਹੋ। ਕਾਫੀ ਜਿਹੜਾ ਸਮਾਂ ਸਾਥੀਓ ਤੁਹਾਡਾ ਲਿਆ, ਔਰ ਸਾਥੀ ਸਾਡੇ ਨਾਲ ਬੈਠੇ ਇਸ ਟਾਈਮ ਵੀ ਅਸੀਂ ਸਾਥੀ ਵੱਖ-ਵੱਖ ਪਿੰਡਾਂ ਸਾਡੀਆਂ ਚਰਚਾਵਾਂ ਚੱਲਦੀਆਂ ਆਏ ਦਿਨ, ਔਰ ਸਾਥੀ ਚਿੰਤਤ ਆ। ਇਹ ਨਹੀਂ ਕਿ ਕੋਈ ਵੀ ਸਾਥੀ ਜਿਹੜਾ ਕਿਸੇ ਗੱਲ ਤੋਂ ਜਿਹੜਾ ਕੋਈ ਖੌਫ ਹੈ ਉਹਨਾਂ ਦੇ ਦਿਲਾਂ ਦੇ ਵਿੱਚ, ਸਾਥੀ ਨਾਲ ਬੈਠਿਆ ਔਰ ਉਹ ਵੀ ਉਹਨਾਂ ਦੇ ਵਿਚਾਰ ਵੀ ਇਹੀ ਆ। ਅਸੀਂ ਕਰੀਬ ਸਾਨੂੰ ਬੈਠਿਆਂ ਨੂੰ 3 ਘੰਟੇ ਹੋ ਗਏ, ਉਸ ਤੋਂ ਪਹਿਲਾਂ ਅਸੀਂ ਆਪਸੀ ਸਾਡੇ ਵਿਚਾਰ ਵਿਮਰਸ਼ ਹੋਏ ਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਲਾਈਵ 'ਚ ਆਏ ਆ। ਇਸੇ ਤਰ੍ਹਾਂ ਹਰ ਰੋਜ਼ ਵੱਖ-ਵੱਖ ਪਿੰਡਾਂ 'ਚ ਅਸੀਂ ਸਾਥੀਆਂ ਨੂੰ ਮਿਲਦੇ ਹਾਂ ਔਰ ਸਾਥੀ ਜਿਹੜੇ ਆ ਚੜ੍ਹਦੀ ਕਲਾ 'ਚ ਆ, ਬਹੁਜਨ ਸਮਾਜ ਪਾਰਟੀ ਚੜ੍ਹਦੀ ਕਲਾ 'ਚ ਆ, ਦੁਸ਼ਮਣ ਬੁਖਲਾੜ ਦੇ ਵਿੱਚ ਆ। ਔਰ ਉਹ ਜਿਹੜਾ ਉਹਨਾਂ ਦਾ ਇੱਕ ਜਿਹੜਾ ਬੰਦਾ ਆ, ਉਹਨਾਂ ਦੇ ਜਿਹੜੇ ਆ ਫੇਸਬੁੱਕ ਦੀਆਂ ਫੇਕ ਆਈਡੀਆਂ, ਉਹਨਾਂ ਦੇ WhatsApp ਗਰੁੱਪ ਅਣਗਿਣਤ ਆ। ਜਿਹੜੇ IT ਸੈੱਲ ਵਾਲੇ ਲੋਕ ਆ, ਉਹ ਜਿਹੜੇ ਵੱਖ-ਵੱਖ ਪਾਰਟੀਆਂ ਦੇ ਜਾਂ ਜਿਹੜੇ ਬਹੁਜਨ ਸਮਾਜ ਪਾਰਟੀ ਵਿਰੋਧੀ ਆ, ਉਹ ਇਸ ਤਰ੍ਹਾਂ ਦੇ ਜਿਹੜੇ ਗੁੰਮਰਾਹ ਕੂਨ ਪ੍ਰਚਾਰ ਕਰਦੇ ਆ। ਤਾਂ ਸਾਨੂੰ ਉਹਨਾਂ ਦੇ ਕੋਲੋਂ ਬਚਣਾ ਚਾਹੀਦਾ। ਸੋ ਆਸ ਕਰਦਾ ਸਾਥੀ ਜ਼ਰੂਰ ਬਹੁਜਨ ਸਮਾਜ ਪਾਰਟੀ ਦੀ ਚੜ੍ਹਦੀ ਕਲਾ ਲਈ ਆਪਣਾ ਸਮਾਂ ਲਾਉਣਗੇ। ਜੈ ਭੀਮ, ਜੈ ਭਾਰਤ,
सो सारे साथी जय भीम कह लो साथियों, सुखराज जी और सुनील जी और विजय जी, साबी जी, सारे साथी साढ़े बैठे आ। काफ़ी काफ़ी हनेरा भी साढ़ा हो चुका। जय भीम जय भीम जी जय भीम। ਅਸੀਂ ਸਮੁੱਚੇ ਜਿਹੜੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਉਹਨਾਂ ਦੀ ਜਿਹੜੀ ਆ ਸੋਚ ਆ, ਜਿਹੜੀ ਉਹਨਾਂ ਦੀ ਵਿਚਾਰਧਾਰਾ, ਉਹਦੇ ਨਾਲ ਅਸੀਂ ਬਿਲਕੁਲ 101% ਜਿੱਦਾਂ ਕਹਿੰਦੇ ਹੁੰਦੇ ਉਸ ਤਰੀਕੇ ਨਾਲ ਅਸੀਂ ਸਹਿਮਤ ਹਾਂ ਕਿ ਸਾਡੇ ਪ੍ਰਧਾਨ ਜੀ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ। ਤੇ ਉਹ ਜਦੋਂ ਕੰਮ ਕਰ ਰਹੇ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ। ਲੇਕਿਨ ਜਿੱਥੇ ਸਾਡੀ ਲੀਡਰਸ਼ਿਪ ਜੇਕਰ ਗਲਤ ਹੋਏਗੀ ਤੇ ਅਸੀਂ ਉਹਨਾਂ ਨੂੰ ਵੀ ਇਹ ਕਹਿ ਸਕਦੇ ਹਾਂ। ਹਾਂਜੀ, ਇਹ ਸਿੰਗਰ ਰਾਜ ਸਾਗਰ ਜੀ, ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਭਾਜੀ, ਇਹੀ ਕੰਮ ਰਹਿ ਗਿਆ ਹੁਣ ਐਪੀ ਤੇ ਜ਼ਿਆਦਾ ਦਿਖਦਾ, ਐਪੀ ਤੇ ਲਾਈਵ ਹੋ ਕੇ ਬੋਲੀ ਜਾਂਦਾ, ਆਪਸ 'ਚ ਬੈਠ ਕੇ ਵੀ ਕੋਈ ਵੀ ਗੱਲ ਨਹੀਂ ਕਰਦਾ, ਸਾਰੇ ਆਪਣਾ ਆਪ ਨੂੰ ਸਹੀ ਸਾਬਤ ਕਰਨ ਤੇ ਹੋਏ ਆ। ਸੋ ਇਹ ਆਰਡੀ ਸਾਗਰ ਸਾਹਿਬ, ਤੁਸੀਂ ਇਹ ਆ ਜਾਓ, ਆਪਾਂ ਕਿੱਥੇ ਬਹਿਣਾ ਚਾਹੁੰਦੇ ਆ ਮੇਰੇ ਵੀਰ ਜੀ, ਲੈ ਆਓ ਮਹਾਂਪੁਰਸ਼ਾਂ ਨੂੰ ਬੁਲਾਓ ਮੀਟਿੰਗ। ਪਹਿਲਾਂ ਇਹ ਲੀਡਰਸ਼ਿਪ ਬਾਅਦ 'ਚ ਬਹਿੰਦੇ, ਪਹਿਲਾਂ ਸਾਰੇ ਮਹਾਂਪੁਰਸ਼ਾਂ ਨੂੰ ਤਾਂ ਇੱਕ ਕਰ ਲਓ, ਕਿਉਂਕਿ ਆਪਾਂ ਲੀਡਰਸ਼ਿਪ ਨੂੰ ਭੰਡਦੇ ਆ ਤਕਰੀਬਨ ਸਾਡੇ ਬਹੁਤ ਜਿਹੜੇ ਗਿਣਤ ਲੋਕ ਆ। ਔਰ ਸਲੂਟ ਆ ਤੁਹਾਨੂੰ ਸਾਰਿਆਂ ਨੂੰ, ਸਲੂਟ ਜ਼ਰੂਰ ਬਣਦਾ ਭਾਜੀ, ਕਿਉਂਕਿ ਸਾਡੀ ਜ਼ਮੀਰ ਜਾਗਦੀ ਆ, ਦਿਮਾਗ ਵੀ ਜਾਗਦਾ, ਸੁੱਤੇ ਨਹੀਂ ਹੈਗੇ ਇਸ ਲਈ। ਜੀ ਸ਼ੇਰਪ੍ਰੀਤ ਸਾਹਿਬ, ਮੇਰੇ ਕੋਲ ਉਹਦੀ ਵੀਡੀਓ ਹੈ ਜੀ ਉਹਨਾਂ ਦੀ। ਔਰ ਸੰਦੀਪ ਜੀ ਜੈ ਭੀਮ, ਰਵੀ ਬੰਗੜ ਸਾਹਿਬ ਜੈ ਭੀਮ ਜੀ, ਬਲਦੇਵ ਜੀ ਜੈ ਭੀਮ। ਸਾਥੀਓ ਮੈਂ ਬਾਕੀ ਪੜਾਂਗਾ ਸਾਰੇ ਸਾਥੀਆਂ ਦੇ। ਗਾਖਲ ਸਾਹਿਬ ਜੈ ਭੀਮ ਜੀ। ਜੇ ਸਾਡੇ ਤਰਕ ਨਾਲ ਤੁਹਾਡੀਆਂ ਭਾਵਨਾਵਾਂ ਠੇਸ ਪਹੁੰਚਦੀ, ਬਹੁਤ ਵਧੀਆ ਜੀ। ਬਿਲਕੁਲ ਅਵਤਾਰ ਜੀ। ਸੋਨੂ ਜੱਸਲ ਸਾਹਿਬ ਭਾਜੀ, ਸੰਤ ਸਮਾਜ ਨੂੰ ਆਪ ਅੱਗੇ ਆ ਕੇ ਸਾਡੇ ਲੋਕਾਂ ਨੂੰ ਸਮਝਾਉਣਾ ਚਾਹੀਦਾ। ਲੇਕਿਨ ਇੱਥੇ ਹਾਲਾਤ ਇਹ ਬਣ ਚੁੱਕੇ ਆ ਜੀ ਜੱਸਲ ਸਾਹਿਬ ਕਿ ਸਾਡਾ ਸੰਤ ਸਮਾਜ ਜਿਹੜਾ, ਉਹ ਜਿਹੜੇ ਸਮਝਾਉਣਾ, ਜਿਹੜੇ ਸੰਤ ਸਮਝਾ ਰਹੇ ਅੱਜ ਦੇ ਟਾਈਮ ਦੇ ਵਿੱਚ, ਉਹ ਸੰਤ ਜਿਹੜੇ ਆ ਸਾਡੇ ਸਮਾਜ ਨੂੰ ਸਾਡੇ ਗੁਰੂਆਂ ਦੀ ਵਿਚਾਰਧਾਰਾ ਨਹੀਂ ਸਮਝਾ ਰਹੇ। ਬਲਜੀਤ ਜੀ ਜੈ ਭੀਮ ਜੀ। ਠੱਕਰਵਾਲ ਸਾਹਿਬ ਜੈ ਭੀਮ, ਜੈ ਭਾਰਤ ਜੀ। ਬਿਲਕੁਲ ਜੀ ਪਵਨ ਜੀ ਜੈ ਭੀਮ। ਬਿਲਕੁਲ ਵਿਰਦੀ ਸਾਹਿਬ, ਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਬਿਲਕੁਲ, ਜੇ ਸਾਡਾ ਸਮਾਜ ਪੜ੍ਹਿਆ ਲਿਖਿਆ ਹੋਵੇ ਤਾਂ ਕਿਉਂ ਫਿਰ ਇਹ ਕੰਮ ਹੋਣ ਜੀ। ਔਰ ਕਾਫੀ ਜਿਹੜੇ ਸਾਥੀਓ ਹਾਲਾਤ ਇੱਦਾਂ ਦੇ ਬਣ ਚੁੱਕੇ ਆ ਕਿ ਅੱਜ ਲਾਈਵ ਗੱਲ ਕਰਨੀ ਪਈ ਆ, ਔਰ ਅਸੀਂ ਆਪਣੇ ਆਪ ਨੂੰ ਸਾਬਤ ਨਹੀਂ ਸਹੀ ਕਰਦੇ। ਜੇ ਹੋ ਸਕਦਾ ਸਾਡੇ ਵਿੱਚ ਵੀ ਗਲਤੀਆਂ ਹੋਣ, ਔਰ ਜੇਕਰ ਕਿਸੇ ਨੂੰ ਲੱਗਦਾ ਕਿ ਸਾਡੇ 'ਚ ਗਲਤੀਆਂ, ਮੇਰੇ 'ਚ ਕਮੀ ਆ ਕੋਈ, ਤੇ ਮੈਂ ਤਾਂ ਬੈਠੇ ਹੀ ਇੱਥੇ, ਮੇਰੇ ਨਾਲ ਜ਼ਰੂਰ ਵਿਚਾਰ ਕਰ ਸਕਦੇ ਆ। ਵਡੇਸਰ ਸਾਹਿਬ ਜੈ ਭੀਮ ਜੀ। ਕਿਉਂਕਿ ਬਿਲਕੁਲ ਪੰਡੋਰੀ ਸਾਹਿਬ ਹੱਲ ਤਾਂ ਹੈ ਜੀ, ਪੰਡੋਰੀ ਸਾਹਿਬ ਹੱਲ ਇਹ ਹੈ ਕਿ ਜਿਹੜੇ